Students, so now let us continue with the story. I hope you have found it to be an easy one. So it is not very difficult. Just read along with me. So now let us continue page number 60. So इत्थों देखो ਆਪਾਂ ਇਹ ਕਰ ਲਿਆ ਸੀ ਜੁਮਨ ਵਾਸ ਸਟੰਡ ਸੋ ਜੁਮਨ ਨੂੰ ਬੜਾ ਹੀ ਵੱਡਾ ਸਦਮਾ ਲੱਗਾ Next para dekho. But Ramdhan and other members of the Panch were openly praising the just decision. पर जेड़े रामधन ते बाकी members सिगे पंचायत दे, they were openly praising the decision that had been announced by Algu. Okay, so that had been made by Algu. So Algu ने जेड़ा decide किया सी ਉਹ ਬਾਕੀ ਸਾਰੇ ਮੈਂਬਰਸ ਜਿਹੜੇ ਸੀਗੇ ਪੰਚਾਇਤ ਦੇ ਉਹਦੀ ਤਾਰੀਫ ਕਰ ਰਹੇ ਸੀ ਦਿਸ ਵਾਸ ਦ ਟਰੂ ਪੰਚਾਇਤ ਸੋ ਉਹਨਾਂ ਨੇ ਕੀ ਸਾਰੇ ਕਹਿ ਰਹੇ ਸੀ ਕਿ ਇਹ ਹੁੰਦੀ ਹੈ ਅਸਲੀ ਪੰਚਾਇਤ ਸੱਚੀ ਪੰਚਾਇਤ ਫਰੈਂਡਸ਼ਿਪ ਇਜ਼ ਆਲ ਵੈਰੀ ਵੈਲ ਬਟ ਇਟ ਮਸਟ ਬੀ ਕੈਪਟ ਇਨ ਇਟਸ ਪ੍ਰੋਪਰ ਪਲੇਸ ਸੋ ਕੀ ਕਹਿ ਰਹੇ ਸੀ ਕਿ ਫਰੈਂਡਸ਼ਿਪ ਚਲੋ ਬਹੁਤ ਵਧੀਆ ਗੱਲ ਹੈ ਪਰ ਦੋਸਤੀ ਆਪਣੀ ਜਗ੍ਹਾ ਹੈ ਮੈਨਸ ਪ੍ਰਾਇਮਰੀ ਡਿਊਟੀ ਇਜ਼ ਟੂ ਬੀ ਜਸਟ ਐਂਡ ਟਰੂ ਨਾਓ ਪ੍ਰਾਇਮਰੀ ਮੀਨਸ ਮੇਨ ਸੋ ਸਾਰੇ ਕੀ ਕਹਿ ਰਹੇ ਸੀ ਕਿ ਜਿਹੜਾ ਮੈਨ ਹੈ ਉਹਦੀ ਮੇਨ ਡਿਊਟੀ ਕੀ ਹੈ न्याय करना टू बी जस्ट एंड ट्रू और सच्चाई का साथ देना इट इज़ द राइटियर्स हू सपोर्ट द वर्ल्ड सो की कहते सी कि दुनिया ही सच्चे लोगों के करके चलती पई है अदरवाइज इट वुड हैव पैरिश्ड लॉन्ग एगो नहीं तो दुनिया तो कदों की खत्म हो जानी सी जे दुनिया तुर रही है तो किना करके तुर रही है जिहड़े लोग सच्चे हैं दिस डिसीजन शुक द फाउंडेशनस ऑफ द फ्रेंडशिप बिटवीन अलगू एंड जुम्मन सो ये जिहड़ा पर ਜਿਹੜਾ ਡਿਸੀਜਨ ਸੀਗਾ ਇਹਨੇ ਕਿਹੜੀ ਚੀਜ਼ ਨੂੰ ਨੀਹਾਂ ਤੋਂ ਹਿਲਾ ਦਿੱਤਾ ਜਿਹੜੀ ਦੋਨਾਂ ਦੇ ਵਿੱਚ ਦੋਸਤੀ ਸੀ ਉਹ ਟੁੱਟ ਗਈ ਉਹਦੀਆਂ ਜਿਹੜੀਆਂ ਦੋਸਤੀ ਦੀਆਂ ਨੀਹਾਂ ਸੀ ਫਾਊਂਡੇਸ਼ਨ ਸੀਗੀਆਂ ਉਹ ਹਿੱਲ ਗਈਆਂ ਨਾਓ ਦੇ ਵਰ ਨਾਟ ਸੀਨ ਟਾਕਿੰਗ ਵਿਦ ਈਚ ਅਦਰ ਹੁਣ ਉਹ ਇੱਕ ਦੂਜੇ ਨਾਲ ਬੋਲਦੇ ਨਹੀਂ ਸੀ their old friendship which had stood firm like a tree could not withstand the first blast of truth ਸੋ ਉਹਨਾਂ ਦੀ ਜਿਹੜੀ ਪੁਰਾਣੀ ਦੋਸਤੀ ਸੀ ਜਿਹੜੀ ਕਿ ਇੱਕ ਦਰਖਤ ਦੀ ਤਰ੍ਹਾਂ ਜਿਹੜੀ ਹਮੇਸ਼ਾ ਸਹੀ ਰਹੀ ਸੀ ਹਮੇਸ਼ਾ ਬਿਨਾਂ ਡੋਲੇ ਰਹੀ ਸੀ ਹੁਣ ਕੀ ਹੋ ਗਈ ਉਹ ਪਹਿਲੇ ਹੀ ਸੱਚ ਦੇ ਬਲਾਸਟ ਦੇ ਨਾਲ ਜਦੋਂ ਸੱਚ ਦਾ ਪਹਿਲਾ ਹੀ ਵਾਰ ਹੋਇਆ ਤਾਂ ਉਹਨਾਂ ਦੀ ਜਿਹੜੀ ਦੋਸਤੀ ਸੀ ਉਹ ਹਿੱਲ ਗਈ ਜਿਹੜੀ ਹੁਣ ਤੱਕ ਇੱਕ ਦਰਖਤ ਵਾਂਗਰ ਮਜ਼ਬੂਤ ਸੀ ਟਰੂਲੀ ਦੈਟ ਟਰੀ ਹੈਡ ਬੀਨ ਪਲਾਂਟਡ ਇਨ ਸੈਂਡ ਸੋ ਹੁਣ ਦੋਨਾਂ ਨੂੰ ਕੀ ਲੱਗਦਾ ਸੀ ਕਿ ਉਹਨਾਂ ਦੀ ਜਿਹੜੀ ਸੱਚਾਈ ਸੀ ਜਿਹੜੀ ਉਹਨਾਂ ਦੀ ਦੋਸਤੀ ਸੀ ਉਹ ਉੱਦਾਂ ਸੀ ਜਿੱਦਾਂ ਕਿ ਇੱਕ ਦਰਖਤ ਜਿਹਨੂੰ ਕਿ ਰੇਤ ਵਿੱਚ ਬੀਜਿਆ ਹੋਵੇ ਜਿਹਦੀਆਂ ਕਿ ਜੜ੍ਹਾਂ ਬਿਲਕੁਲ ਵੀ ਮਜ਼ਬੂਤ ਨਹੀਂ ਸੀਗੀਆਂ ਨਾਓ ਵੈਨ ਦੇ ਮੈਟ ਦੇ ਵਰ ਫਾਰਮਲ ਵਿਦ ਈਚ ਅਦਰ ਸੋ ਜਦੋਂ ਵੀ ਮਿਲਦੇ ਸੀ ਹੁਣ ਪਹਿਲੀ ਵਾਲੀ ਗੱਲ ਨਹੀਂ ਸੀਗੀ ਹੁਣ ਉਹ ਫਾਰਮਲੀ ਗੱਲ ਕਰਦੇ ਸੀ ਜਿੱਦਾਂ ਕਿ ਜਿਹੜੇ ਲੋਕ ਆਪਣੇ ਆਪ ਨੂੰ ਬਹੁਤ ਇੱਕ ਦੂਜੇ ਨੂੰ ਨਹੀਂ ਜਾਣਦੇ ਜਿੱਦਾਂ ਉਹ ਆਪਸ 'ਚ ਰਸਮੀ ਗੱਲਬਾਤ ਕਰਦੇ ਹੈ ਸੋ ਰਸਮੀ ਤੌਰ 'ਤੇ ਹੀ ਉਹ ਗੱਲਬਾਤ ਕਰਦੇ ਸੀ ਦੋਸਤਾਂ ਵਾਂਗਰ ਨਹੀਂ ਗੱਲ ਕਰਦੇ ਸੀ ਦੇ ਗ੍ਰੀਟਿਡ ਈਚ ਅਦਰ ਕੋਲਡਲੀ ਐਜ਼ ਅ ਸੋਰਡ ਗ੍ਰੀਟਸ ਅ ਸ਼ੀਲਡ ਸੋ ਜਿਸ ਤਰ੍ਹਾਂ ਕਿ ਇੱਕ ਤਲਵਾਰ ਜਿਹੜੀ ਹੈ ਉਹ ਢਾਲ ਨਾਲ ਗੱਲ ਕਰਦੀ ਹੈ ਸੋ ਇਟ ਇਜ਼ ਜਸਟ ਇੱਕ ਜਿੱਦਾਂ ਕੋਈ ਆਪਸ ਦੇ ਵਿੱਚ ਜਿੱਦਾਂ ਲੋਕ ਜਿਹੜੇ ਜਾਣਦੇ ਹੁੰਦੇ ਆ ਉਹ ਜਿੱਦਾਂ ਗੱਲ ਕਰਦੇ ਉੱਦਾਂ ਗੱਲ ਕਰਦੇ ਸੀ ਦੇ ਵੁੱਡ ਨਾਟ ਸਪੀਕ they did not speak to each other as friends do. Algu's betrayal played on Jumman's mind all the time. So ਜਿਹੜਾ ਅਲਗੂ ਦਾ ਜਿਹੜਾ ਧੋਖਾ ਸੀ ਜਿਹੜਾ ਉਹਨੂੰ ਲੱਗਾ ਕਿ ਇਹਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ ਬਿਟਰੇਲ ਮੀਨਸ ਵਿਸ਼ਵਾਸਘਾਤ ਮੇਰਾ ਵਿਸ਼ਵਾਸ ਤੋੜਿਆ ਉਹਨੂੰ ਹਮੇਸ਼ਾ ਉਹਦੇ ਦਿਮਾਗ 'ਚ ਉਹੀ ਗੱਲ ਚੱਲਦੀ ਰਹਿੰਦੀ ਸੀ ਜੁਮਨ ਦੇ ਕਿ ਅਲਗੂ ਨੇ ਮੇਰੇ ਨਾਲ ਬਹੁਤ ਮਾੜਾ ਕੀਤਾ ਹੀ ਲਿਵਡ ਨਾਓ ਓਨਲੀ ਟੂ ਟੇਕ ਰਿਵੈਂਜ ਸੋ ਉਹਦੇ ਮਨ 'ਚ ਹੁਣ ਇੱਕ ਗੱਲ ਆ ਗਈ ਸੀ ਕਿ ਮੈਂ ਇਹਦੇ ਤੋਂ ਬਦਲਾ ਲੈਣਾ ਹੈ ਸੋ ਨਾਓ ਯੂ ਹੈਵ ਰੈਡ ਦ ਸਟੋਰੀ ਹੁਣ ਤੁਹਾਨੂੰ ਵੀ ਇਹ ਸਮਝ ਆ ਗਈ ਹੋਊਗੀ ਕਿ ਜਿਹੜਾ ਅਲਗੂ ਸੀ ਕਿ ਉਹ ਇੱਕ ਸੱਚਾ ਦੋਸਤ ਨਹੀਂ ਸੀਗਾ ਵਾਟ ਡੂ ਯੂ ਥਿੰਕ ਸੋ ਯੂ ਮਸਟ ਹੈਵ if you are following the story you must have understood the compulsion behind the compulsions behind Algu's action Algu's decision so की मजबूरी सी अलगू दी कि अलगू क्योंकि जदों एक जस्टिस दी कुर्सी ते आ गया जदों एक पंच बन गया
ਤਾਂ ਪੰਚਾਇਤ ਜਿਹੜੀ ਆ ਉਹ ਫਿਰ ਕਦੀ ਵੀ ਦੋਸਤੀ ਦੁਸ਼ਮਣੀ ਨਹੀਂ ਦੇਖਦੀ। ਠੀਕ। ਸੋ ਅਲਗੂ ਨੇ ਜੇ ਇਹ ਵਾਲਾ ਡਿਸੀਜਨ ਦਿੱਤਾ ਸੀ, ਇਹਦਾ ਮਤਲਬ ਇਹ ਨਹੀਂ ਕਿ ਉਹ ਜੁਮਨ ਨੂੰ ਪਿਆਰ ਨਹੀਂ ਕਰਦਾ ਸੀ। ਜੁਮਨ ਨੂੰ ਬਹੁਤ ਪਿਆਰ ਕਰਦਾ ਸੀ, ਦੋਸਤ ਸੀਗਾ, ਪਰ ਕਿਉਂਕਿ ਹੁਣ ਉਹਦਾ ਜਿਹੜਾ ਰੋਲ ਸੀਗਾ ਇਟ ਵਾਜ਼ ਦੈਟ ਆਫ ਅ ਜੱਜ, it was that of a punch. So naturally he could not speak in favor of his friend if the friend had done something wrong. So he had to be totally impartial. ਪਰ ਜਿਹੜਾ ਜੁਮਨ ਸੀ ਉਹਨੂੰ ਕੀ ਲੱਗਣ ਲੱਗ ਪਿਆ ਕਿ ਇਹਨੇ ਜਾਣ ਕੇ ਮੇਰੇ ਨਾਲ ਇੱਦਾਂ ਕੀਤਾ ਹੈ, ਪਹਿਲਾਂ ਤੋਂ ਹੀ ਮੇਰੇ ਅਗੇਂਸਟ ਸੀਗਾ, ਮੈਨੂੰ ਹੀ ਇਹਦੀ ਸਮਝ ਨਹੀਂ ਆਈ। ਸੋ ਜਿਹੜਾ ਜੁਮਨ ਸੀ ਹੀ ਮਿਸਅੰਡਰਸਟੂਡ ਅਲਗੂ। ਠੀਕ ਹੈ, ਹੁਣ ਦੇਖੋ ਇਹਨੂੰ। ਨਾਓ ਲੈਟ ਅਸ continue with the story only. Page number 67. It takes a long time for the results of a good deed to show, but the results of an evil deed can be seen at once. So बहुत लंबा समा लगता है ਜਦੋਂ कि कोई कोई ਚੰਗਾ ਕੰਮ ਕੀਤਾ ਹੋਵੇ ਉਹਦੇ ਜਿਹੜੇ ਰਿਜ਼ਲਟਸ ਹੈਗੇ ਆ ਉਹ ਤਾਂ ਬੜੀ ਦੇਰ ਬਾਅਦ ਸਾਹਮਣੇ ਆਉਂਦੇ, ਪਰ ਜੇ ਕਿਸੇ ਨੇ ਮਾੜਾ ਕੰਮ ਕੀਤਾ ਹੋਵੇ ਮਾੜਾ ਉਹਦੇ ਨਤੀਜੇ ਬਹੁਤ ਜਲਦੀ ਸਾਹਮਣੇ ਆ ਜਾਂਦੇ ਆ। ਜੁਮਨ ਡਿਡ ਨਾਟ ਹੈਵ ਟੂ ਵੇਟ ਲੌਂਗ ਫॉर ਹਿਸ ਰਿਵੈਂਜ। ਸੋ ਜੁਮਨ ਨੂੰ ਆਪਣਾ ਬਦਲਾ ਜਲਦੀ ਹੀ ਪੂਰਾ ਕਰਨ ਦਾ, ਉਹਦਾ ਬਦਲਾ ਲੈਣ ਦਾ ਮੌਕਾ ਉਹਨੂੰ ਜਲਦੀ ਹੀ ਮਿਲ ਗਿਆ। The previous year Algu Chaudhary had bought a pair of beautiful long-horned oxen from Batisar. Batisar is the name of a place. So ਪਿਛਲੇ ਸਾਲ ਹੀ, ਹੁਣ ਦੇਖੋ ਕਿੱਦਾਂ ਮੌਕਾ ਮਿਲਿਆ ਕਿ ਪਿਛਲੇ ਸਾਲ ਹੀ ਅਲਗੂ ਨੇ ਦੋ ਬਲਦ ਲਏ ਸੀਗੇ, ਦੋ ਬੈਲ ਲਏ ਸੀਗੇ, ਆਕਸਨ ਲਏ ਸੀ ਜਿਹੜੇ ਕਿ ਬਹੁਤ ਹੀ ਸੋਹਣੇ ਸੀ ਔਰ ਜਿਨ੍ਹਾਂ ਦੇ ਕਿ ਲੰਮੇ ਲੰਮੇ ਸਿੰਗ ਸੀਗੇ। ਸੋ ਹੀ ਹੈਡ ਪਰਚੇਜ਼ਡ। For months people came from neighboring villages to admire them. ਔਰ ਕਿੰਨੇ ਹੀ ਮਹੀਨੇ ਲੋਕ ਉਹਦੇ ਕੋਲ ਆਉਂਦੇ ਰਹੇ। ਇੰਨੇ ਸੋਹਣੇ ਉਹ ਬਲਦ ਸੀਗੇ, ਉਹਨਾਂ ਨੂੰ ਦੇਖਣ ਲੋਕ ਆਉਂਦੇ ਸੀ। ਉਹ ਆਕਸਨ ਇੰਨੇ ਸੋਹਣੇ ਸੀਗੇ। ਸੋ ਜਿਹੜੀ ਆਕਸ ਦੀ ਜੋੜੀ ਹੈ, ਬੈਲਾਂ ਦੀ ਜੋੜੀ ਨੂੰ ਆਪਾਂ ਫਿਰ ਕੀ ਕਹਿੰਦੇ ਹਾਂ, ਆਕਸਨ। ਸੋ ਲੋਕੀ ਆਉਂਦੇ ਸੀ ਉਹਨੂੰ ਦੇਖਣ, ਇੰਨੇ ਸੋਹਣੇ ਉਹ ਬਲਦ ਸੀਗੇ, ਉਹਨਾਂ ਦੇ ਲੰਮੇ ਲੰਮੇ ਸਿੰਗ ਸੀਗੇ। Unfortunately, a month after the panchayat decision, one of the oxen died. पर कोई किस्मत ही माड़ी हो गई कि एक महीने दे अंदर अंदर जदों ने वो डिसीजन दिता सी, विचों दी एक जड़ा बैल सी, एक जड़ा बल्द सी, वो मारिया गया। जुम्मन टोल्ड हिज फ्रेंड्स। सो जुम्मन नूं की लगा कि इहनूं अपने पापा दी सज़ा मिली है। दिस इज़ द पनिशमेंट फॉर ट्रैचरी। सो जुम्मन ने अपने दोस्तों को की दस्या कि क्या भी देखा इन्हें मेरे नाल विश्वासघात किया सी, ट्रैचरी की सी। सो ही हैड बिट्रेड हिज ओन फ्रेंड। सो ट्रैचरी मीनस बिट्रेयल, कि इन्हें मेरे नाल देखो दोस्त नूं धोखा दिता सी। सो जुम्मन ये सोचन लग पिया कि क्योंकि इन्हें मैनूं उदों मेरे खिलाफ डिसीजन दिता है, ये करके इनू सज़ा मिली है। ह्यूमन बींग्स कैन एक्ट इन वॉट एवर वे दे लाइक, बट गॉड सीज द गुड एंड बैड बिहाइंड वनस डीड्स। सो अपने दोस्तों को जुम्मन की कहन लग पिया कि जेडे ह्यूमन बींग्स है वो जिद्दां मर्जी बिहेव करन, पर रब देखता है कि किने माड़ा काम किया उन्होंने माड़ा सज़ा मिलती है, उन्होंने बुरी सज़ा मिलती है, तो जिन्हें चंगा काम किया उन्होंने फिर फल मिलता है। अलगू सस्पैक्टेड दैट जुम्मन हैड पॉइजनड द ऑक्स। सो अलगू नूं की लगा कि जुम्मन ने शायद ऑक्स नूं जहर दिता है। सो अलगू सस्पैक्टेड दैट जुम्मन हैड पॉइजनड द ऑक्स। सो अलगू नूं ये शक होण लग पिया। हिज वाइफ ऑल्सो ब्लेम्ड जुम्मन फॉर द मिसहैप, क्योंकि हुण दोनों दे विच इदां दी गल आ गई सी, इस करके जिहड़ी उहदी वाइफ सीगी वो भी उहनूं ब्लेम करन लगी जुम्मन नूं ही कि साडे नाल जो होया उहदे पिछे जुम्मन जिम्मेवार है। वन डे शी एंड जुम्मन's वाइफ हैड अ वायलेंट आर्गूमेंट अबाउट इट। सो एक दिन जुम्मन दी वाइफ ते अलगू दी वाइफ दोनों इसी गल ते लड़ पईयां। ऑल सॉर्ट्स ऑफ हेटफुल रूड एंड सरकैस्टिक वर्ड्स वर एक्सचेंज्ड। सो बहुत ही एक दूजे नाल नफरत नाल गल कीती उन्होंने, एक दूजे ते तंज कीते, सरकैज़म एक दूजे नूं मेहने मत दिते। सम हाउ जुम्मन मैनेज टू क्वाइटन द वॉरिंग साइड्स। सो किसी तरह दे नाल जुम्मन ने दोनों नूं शांत किया।
दोनों औरतां जिहड़ियां लड़ रही सी। ही स्कोल्डेड हिज वाइफ एंड परसुएडेड हर टू कम अवे फ्रॉम द बैटलफील्ड। सो बैटलफील्ड का मतलब कि लड़ाई की जगह जिथे दोनों औरतां लड़ रही सी। जुम्मन ने अपनी वाइफ को बहुत डांटिया तो उन्होंने लै गया उत्थों दी जिथे वो दोनों की लड़ाई का मैदान से जिथे लड़ रही सी। ऑन द अदर साइड अलगू क्वाइटनड हिज वाइफ बाय यूजिंग अ स्टिक। सो अलगू ने ईवन सोटी की भी इस्तेमाल किया, अपनी वाइफ को मारिया उन्होंने चुप करवाने वास्ते। वन ऑक्स इज़ ऑफ नो यूज़ टू अ फार्मर। सो एक जिहड़ी ऑक्स है वो नैचुरली फार्मर नूं उहदा फायदा नहीं हुंदा, एक बैल दा। अलगू सर्चड फॉर अ मैचिंग ऑक्स बट कुड नॉट फाइंड वन। सो अलगू उहदे नाल दा ऑक्स लभदा रहा पर उन्होंने मिलिया नहीं। ही फाइनली डिसाइडेड टू सैल द एनीमल। सो उन्हें की सोचा कि इनू मैं हुण फिर बेच दिना है। द ट्रेडर समझू साहू इन द विलेज ड्रोव एन ऑक्स कार्ट। सो जिहड़ा व्यापारी सी उस पिंड का जिहदा नाम की सी समझू साहू। सो जिहड़ा कि उसी पिंड का व्यापारी सी वो की करदा सी, वो गड्ढे दे विच अपनियां चीज़ां लद के ले जांदा सी। सो ऑक्स कार्ट का मतलब भी की है, जिहड़ा गड्ढे दे अगे वो एक बैल बनता सीगा। सो ही यूज टू टेक गुड़ एंड घी टू द मार्केट एंड रिटर्न विद सॉल्ट एंड ऑयल विच ही सोल्ड टू द विलेजर्स। सो की करदा सी, गुड़ ते घ्यो लैके जांदा सी शहर की मार्केट विच, मंडी विच लैके जांदा सी ते उत्थों दी की खरीद के लिआंदा सी शहर तो नमक ते तेल खरीद के लिआंदा सी, ऑयल खरीद के लिआंदा सी, जिहड़ा कि किन्हां नूं वेचदा सी, पिंड दे लोकां। सो पिंड तो गुड़ ते घ्यो लैके जांदा सी, शहर च वेचदा सी ते शहर तो की खरीद के लिआंदा सी, नमक ते तेल, विच ही सोल्ड टू द विलेजर्स। He thought if he could lay his hands on the ox, he could make 3 trips to the market daily instead of 1. So की सोचदा सी कि जे ਉਹਨੂੰ ऑक्स मिल जाए, जे बैल मिल जाए तो वो फिर शहर के 3 चक्कर, मंडी के 3 चक्कर लगा सकता है। हुण वो किन्ने सिर्फ लगांदा सीगा, एक बारी ही जांदा सी। सो उन्होंने की लगदा सी कि जे ऑक्स मिल जाए तो शहर के 3 चक्कर लगा सकता है, मंडी के 3 चक्कर लगा सकता है। ही इंस्पैक्टेड द ऑक्स, टुक इट ऑन अ ट्रायल रन। सो उन्हें फिर ध्यान नाल, क्योंकि अलगू बेच रहा सी अपना ऑक्स, सो उन्हें उन्होंने ध्यान नाल देखा। टुक इट ऑन अ ट्रायल रन। सो उन्हें उन्होंने लैके भी गया अपने नाल, उन्होंने अपने गड्ढे के अगे बनिया। एंड दैन आफ्टर सम हैगलिंग ब्रॉट इट होम एंड टाइड इट इन हिज कोर्टयार्ड। कोर्टयार्ड की हुंदा बेड़ा। सो थोड़ा जिहा उन्हें हैगलिंग की हुंदा है, मोल भाव करना, थोड़ा जिहा बहस की उन्हें प्राइस बारे, तो फिर उन्हें उन्होंने खरीद लिया, उन्होंने लै आया घर ते उन्हें अपने बेड़े दे विच उन्होंने बंद दिता। ही प्रॉमिस टू पे फॉर इट विद इन अ मंथ। सो उन्हें पैसे नहीं दिते एकदम, और उन्हें की किया कि मैं 1 महीने के अंदर अंदर पैसे दे दूँगा। अलगू वॉज सो एंशियस टू गैट रिड ऑफ द ऑक्स दैट ही डिड नॉट माइंड इफ द मनी केम इन लेटर। सो अलगू का इन्ना, क्योंकि वो किसी भी तरह के नाल उन्होंने बैल नूं बेचना चाहता सी, सो उन्हें छुटकारा पाना चाहता सी। सो उन्हें इस चलो उन्हें की किया कि चलो कोई नहीं, 1 महीने के विच जब चलो बाद भी पैसा आ जाता, कोई गल नहीं। विद द न्यू ऑक्स समझू पुट ऑन द प्रैशर। सो हुण जिहड़ा समझू सीगा, हुण जदों उहदे कोल नवां बल्द आ गया, ऑक्स आ गई, ही स्टार्टिड मेकिंग 3 ईवन 4 ट्रिप्स इन अ डे। सो वो मंडी वाल 3, कई बार 4 चक्कर भी लगान लग पिया। ही वॉज केयरलैस विद द फूड एंड वाटर फॉर द एनीमल, नॉट डिड ही गिव इट प्रॉपर रेस्ट। सो क्योंकि वो लापरवाही करता सी, उहदे जिहड़ा बैल सी उन्होंने खाण नूं नहीं दिंदा सीगा। सो ही वॉज केयरलैस with the food and water for the animal, nor did he give it proper rest. So carelessly उन्होंने ना दाना पानी दिंदा सी और उन्होंने आराम भी नहीं करन दिंदा सी जिहड़ा बैल सीगा। So he was careless with the food and water for the animal, nor did he give it proper rest. At the marketplace he would throw some dry straw before it. So बस उत्थे जाके मार्केट मंडी च जाके उहदे सामने थोड़ी जी तूड़ी सुट दिंदा सीगा। द पुअर एनीमल हैड बेयरली रेस्टेड बिफोर ही वॉज टाइड अप टू द कार्ट अगेन। सो जिहड़ा पुअर एनीमल सीगा वो थोड़ा जिहा ही बेचारा आराम करदा सी। इट हैड हार्डली रेस्टेड, जदों फिर उन्होंने
ਗੱਡੇ ਨਾਲ ਜੋਤ ਲੈਂਦਾ ਸੀਗਾ ਤੇ ਦੁਬਾਰਾ ਤੋਂ ਉਹਨੂੰ ਚੱਲਣ ਲਈ ਕਹਿੰਦਾ ਸੀਗਾ। ਸੋ ਨਾਓ ਆਈ ਮੇਕ ਐਨ ਐਂਡ ਹੀਅਰ।